ਕੈਨ ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਪੇਸ਼ ਹੈ ਕੈਨੇਡਾ ਅਤੇ ਭਾਰਤ ਵਿਸ਼ਵ ਭਰ ਤੋਂ ਖਾਸ ਖਬਰਾਂ ਪੇਸ਼ ਕਰਨ ਤੋਂ ਪਹਿਲਾਂ 2 ਮਿੰਟ ਦੀ ਵਿਚਾਰ ਤੁਹਾਡੇ ਨਾਲ ਕਰਨੀ ਚਾਹਾਂਗਾ ਕਿ ਕੈਨ ਪੰਜਾਬ ਮੀਡੀਆ ਦੇ ਬੜੇ ਥੋੜੇ ਜਿਹੇ ਸਫ਼ਰ ਦੇ ਵਿੱਚ ਬੜਾ ਤੁਹਾਡਾ ਪਿਆਰ ਮਿਲਿਆ। ਬਹੁਤ ਤੁਸੀਂ ਤਹਿ ਦਿਲੋਂ ਸਾਨੂੰ ਸ਼ੁਭ ਸ਼ਾਵਾਂ ਭੇਜਦੇ ਹੋ। ਜੋ ਟਿੱਪਣੀਆਂ ਵਿਚਾਰ ਤੁਹਾਡੇ ਆ ਰਹੇ ਆ, ਇਹੀ ਸਾਡਾ ਹੌਸਲਾ ਆ, ਸਾਡਾ ਉਤਸ਼ਾਹ ਆ। ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਹਾਂਗਾ ਕਿ ਜਦੋਂ ਵੀ ਅਸੀਂ ਜਿਹੜਾ ਕੈਨ ਪੰਜਾਬ ਦਾ ਪਲੇਟਫਾਰਮ ਸ਼ੁਰੂ ਕੀਤਾ ਸੀ, ਇਹਦਾ ਮਕਸਦ ਸੀਗਾ ਕਿ ਸਾਰੇ ਦਰਸ਼ਕਾਂ ਨੂੰ, ਸਾਰੇ ਲੋਕਾਂ ਨੂੰ ਟੀਮ ਵਰਕ ਦੇ ਰੂਪ ਵਿੱਚ ਨਾਲ ਲੈ ਕੇ ਚੱਲਣਾ, ਉਹਨਾਂ ਦੇ ਵਿਚਾਰਾਂ ਦੇ ਸੁਝਾਵਾਂ ਦੇ ਅਨੁਸਾਰ ਚੱਲਣਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਕੈਨ ਪੰਜਾਬ ਮੀਡੀਆ ਦੇ ਨਾਲ ਜੁੜੇ ਰਹੋਗੇ। ਤੁਹਾਡੇ ਵਿਚਾਰਾਂ ਦਾ, ਸੁਝਾਵਾਂ ਦਾ ਸਵਾਗਤ ਰਹੇਗਾ। ਅਸੀਂ 4 ਪਲੇਟਫਾਰਮ ਦੇ ਉੱਪਰੋਂ ਇਸ ਕੈਨ ਪੰਜਾਬ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ ਉਸ ਨੂੰ ਚਲਾ ਰਹੇ ਹਾਂ। ਕੈਨ ਪੰਜਾਬ ਮੀਡੀਆ ਦੀ ਵੈਬਸਾਈਟ canpunjab.com 'ਤੇ ਜਾ ਕੇ ਤੁਸੀਂ ਵੈਬਸਾਈਟ 'ਤੇ ਜਾ ਕੇ ਵਿਸ਼ਵ ਭਰ ਦੀਆਂ, ਭਾਰਤ ਦੀਆਂ, ਕੈਨੇਡਾ ਦੀਆਂ ਖਬਰਾਂ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੈਨੇਡਾ ਦੇ ਜਿਹੜਾ ਕੈਨ ਪੰਜਾਬ ਮੀਡੀਆ ਦਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੈਨ ਪੰਜਾਬ ਮੀਡੀਆ ਦਾ ਫੇਸਬੁੱਕ ਪੇਜ ਵੀ ਚੱਲ ਰਿਹਾ। ਫੇਸਬੁੱਕ ਪੇਜ 'ਤੇ ਜਾ ਕੇ ਵੀ ਤੁਸੀਂ ਕਰੰਟ ਖਬਰਾਂ, ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਤੁਹਾਡੇ ਵਿਚਾਰਾਂ ਦਾ, ਸੁਝਾਵਾਂ ਦਾ ਸਵਾਗਤ ਰਹੇਗਾ। ਸੋ ਪੇਸ਼ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਕੈਨੇਡਾ ਤੋਂ। ਜਿਵੇਂ ਕਿ ਅਸੀਂ ਫੇਸਬੁੱਕ ਪੇਜ 'ਤੇ ਪਹਿਲਾਂ ਇਹ ਖਬਰ ਸਾਂਝੀ ਕੀਤੀ ਸੀ ਕਿ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ, ਉਹਨਾਂ ਵੱਲੋਂ ਵਿੰਡਜ਼ਰ ਦੇ ਟੈਕਮਸੇ ਟਾਊਨ ਦੇ ਵਿੱਚ ਕੱਲ੍ਹ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੋ ਇਮੀਗ੍ਰਾਂਟਾਂ ਪ੍ਰਤੀ ਟਿੱਪਣੀ ਕੀਤੀ ਗਈ, ਉਸ ਦੇ ਕਰਕੇ ਬਹੁਤ ਵਿਵਾਦ ਖੜਾ ਹੋਇਆ। ਅੰਟਾਰੀਓ ਦੀ ਸਿਆਸਤ ਦੇ ਵਿੱਚ ਉਹ ਬੈਕਫਾਇਰ 'ਤੇ ਆਏ ਆ। ਜ਼ਿਕਰਯੋਗ ਹੈ ਕਿ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਕੱਲ੍ਹ ਟੈਕਮਸੇ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਗਈ ਕਿ ਜੋ ਇਮੀਗ੍ਰਾਂਟ ਅੰਟਾਰੀਓ ਦੇ ਵਿੱਚ ਸਿਰਫ ਸਹੂਲਤਾਂ ਲੈਣ, ਭਾਵ ਵੈਲਫੇਅਰ ਲੈਣ ਇੱਥੇ ਆਉਂਦੇ ਹੈਗੇ ਆ ਅਤੇ ਉਹ ਕੰਮ ਕਰਨਾ ਨਹੀਂ ਚਾਹੁੰਦੇ, ਇੱਥੇ ਆ ਕੇ ਬੈਠ ਜਾਂਦੇ ਆ, ਉਹ ਕਿਤੇ ਹੋਰ ਚਲੇ ਜਾਣ, ਗੋ ਐਨੀਵੇਅਰ ਐਲਸ। ਇਹ ਉਹਨਾਂ ਵੱਲੋਂ ਕਲੀਅਰ ਤੌਰ 'ਤੇ ਇਹ ਗੱਲ ਕਹੀ ਗਈ। ਆਪਣੀ ਗੱਲ ਨੂੰ ਜਾਰੀ ਕਰਦਿਆਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਰੇ ਲੋਕਾਂ ਨੂੰ ਚਾਹੀਦਾ, ਜੋ ਇਮੀਗ੍ਰਾਂਟ ਨਵੇਂ ਆ ਰਿਹਾ, ਕਿ ਸਾਰੇ ਕੈਨੇਡੀਅਨ ਲੋਕਾਂ ਵਾਂਗ ਜਾਂ ਹੋਰ ਇਮੀਗ੍ਰਾਂਟ ਜਿਹੜੇ ਆ ਰਹੇ ਆ ਉਹਨਾਂ ਵਾਂਗ ਜੋ ਲੋਕ ਸਖਤ ਮਿਹਨਤ ਕਰਦੇ ਆ, ਕੈਨੇਡਾ ਨੂੰ ਬਿਲਡ ਕਰਨ ਵਾਸਤੇ ਮਿਹਨਤ ਕਰਨੀ ਚਾਹੀਦੀ ਆ, ਨਾ ਕਿ ਬੈਠ ਕੇ ਸਰਕਾਰ ਦੇ ਸਿਰ ਉੱਪਰ ਸਹੂਲਤਾਂ ਲੈ ਕੇ ਬੈਠਣਾ ਚਾਹੀਦਾ ਆ। ਇਹ ਬਿਆਨ ਆਉਣ ਤੋਂ ਬਾਅਦ, ਇਹ ਟਿੱਪਣੀਆਂ ਆਉਣ ਤੋਂ ਬਾਅਦ ਜਿਹੜੀ ਅੰਟਾਰੀਓ ਦੀ ਸਿਆਸਤ ਆ ਉਹਦੇ ਵਿੱਚ ਭੁਚਾਲ ਆਉਣ ਵਾਲੀ ਗੱਲ ਹੋਈ, ਕਿਉਂਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰੀਮੀਅਰ ਹੋਣਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਪ੍ਰੀਮੀਅਰ ਦੀਆਂ ਟਿੱਪਣੀਆਂ ਬੜੀਆਂ ਵਿਤਕਰੇਪੂਰਨ ਵਾਲੀਆਂ ਨੇ, ਵੰਡੀਆਂ ਪਾਉਣ ਵਾਲੀਆਂ ਨੇ। ਉਹਨਾਂ ਨੂੰ ਆਪਣੀਆਂ ਟਿੱਪਣੀਆਂ ਲਈ ਬਕਾਇਦਾ ਮੁਆਫੀ ਮੰਗਣੀ ਚਾਹੀਦੀ ਆ। ਜਿਹੜੇ ਇੱਥੋਂ ਦੇ NDP ਦੇ ਆਗੂ ਹੈਗੇ ਆ, ਐਂਡਰੀਆ ਹਾਰਵਰਥ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪ੍ਰੀਮੀਅਰ ਨੂੰ ਬਕਾਇਦਾ ਆਪਣੀ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਆ। ਲੇਕਿਨ ਅੱਜ ਜਿਹੜਾ ਇਹਦੇ ਵਿੱਚ ਡਿਵੈਲਪਮੈਂਟ ਇਹ ਆਈ ਹੈ ਕਿ ਪ੍ਰੀਮੀਅਰ ਡਗ ਫੋਰਡ ਵੱਲੋਂ ਇਹ ਗੱਲ ਕਹੀ ਕਿ ਉਹ ਇਸ ਮਾਮਲੇ ਉੱਪਰ ਮਾਫੀ ਨਹੀਂ ਮੰਗਣਗੇ। ਉਹਨਾਂ ਨੇ ਕੋਈ ਵੀ ਗਲਤ ਗੱਲ ਨਹੀਂ ਕਹੀ। ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਸਿਰਫ ਮਿਹਨਤ ਕਰਨ ਦੀ ਗੱਲ ਕੀਤੀ ਆ। ਅਸੀਂ ਇਹਦੇ ਸੰਬੰਧੀ ਇਹ ਗੱਲ ਕਹਾਂਗੇ ਕਿ ਇਹ ਗੱਲ ਬਿਲਕੁਲ ਸਹੀ ਹੈਗੀ ਆ ਕਿ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਅਤੇ ਉਹ ਵੈਲਫੇਅਰ 'ਤੇ ਬੈਠ ਜਾਂਦੇ ਆ, ਕੰਮ ਕਰਨਾ ਨਹੀਂ ਚਾਹੁੰਦੇ। ਉਹਦੀ ਵਜ੍ਹਾ ਕਰਕੇ ਜਿਹੜੇ ਟੈਕਸ ਪੇਅਰ ਕੈਨੇਡਾ ਦੇ ਹੈਗੇ ਆ, ਜਿਹੜੇ ਮਿਹਨਤ ਕਰਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਗੱਲ ਆਉਂਦੀ ਕਿ ਜੋ ਕੈਨੇਡਾ ਗੌਰਮੈਂਟ ਜਿਹੜੀ ਵਿਹਲੇ ਬੰਦਿਆਂ ਨੂੰ ਸਿਰਫ ਖਾਣ ਪੀਣ ਲਈ ਇਸ ਕਰਕੇ ਦੇ ਰਹੀ ਹੈ ਕਿ ਉਹਨਾਂ ਕੋਲ ਰੁਜ਼ਗਾਰ ਨਹੀਂ ਹੈਗਾ। ਇਹ ਤਰਕ ਸੰਗਤ ਨਹੀਂ ਹੈਗਾ। ਜੇ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਲਈ ਕੰਮ ਬਹੁਤ ਸਾਰੇ ਹੈਗੇ ਆ, ਜਿਹਨੂੰ 2 ਹੱਥ ਰੱਬ ਨੇ ਦਿੱਤੇ ਆ, ਕੋਈ ਕੰਮ ਕਰਕੇ ਖਾ ਸਕਦਾ। ਇਹਦੇ ਨਾਲ ਜਿਹੜਾ ਟੈਕਸ ਪੇਅਰ ਆ ਉਹਨਾਂ ਦੇ ਉੱਤੇ ਇਹਨਾਂ ਯੋਜਨਾਵਾਂ ਕਰਕੇ ਬੋਝ ਵੱਧਦਾ। ਲੇਕਿਨ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸਪੈਸ਼ਲੀ ਇਮੀਗ੍ਰਾਂਟਾਂ ਦਾ ਨਾਂ ਲੈ ਕੇ ਇਹ ਗੱਲ ਕਹਿਣਾ ਕਿ ਜਿਹੜੇ ਲੋਕ ਅੰਟਾਰੀਓ ਦੇ ਵਿੱਚ ਆ ਰਹੇ ਆ, ਇਹ ਗਲਤ ਹੈਗੀ ਆ। ਚੰਗਾ ਹੁੰਦਾ ਜੇ ਓਵਰਆਲ ਇਸ ਗੱਲ ਨੂੰ ਗੱਲ ਕਰਦੇ ਕਿ ਕੋਈ ਵੀ ਵਿਅਕਤੀ ਭਾਵੇਂ ਇੱਥੇ ਕੋਈ ਪਹਿਲਾਂ ਰਹਿੰਦਾ ਹੈਗਾ ਜਾਂ ਇਮੀਗ੍ਰਾਂਟ ਆਉਂਦੇ ਆ, ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਸਰਕਾਰ ਹੀ ਸਿਰਫ ਵੈਲਫੇਅਰ 'ਤੇ ਬੈਠ ਕੇ ਸੋਚਣ ਦੀ ਮਨਸ਼ਾ ਨਹੀਂ ਰੱਖਣੀ ਚਾਹੀਦੀ, ਕਿਉਂਕਿ ਜਦੋਂ ਇੱਕ ਸਪੈਸ਼ਲ ਤੌਰ 'ਤੇ ਇੱਕ ਭਾਈਚਾਰਾ ਬਣ ਜਾਂਦਾ ਇਮੀਗ੍ਰਾਂਟਾਂ ਦਾ ਕਿ ਅਸੀਂ ਇਹ ਮੰਨਦੇ ਹੈਗੇ ਕਿ ਜਿੰਨੇ ਲੋਕ ਇੱਥੇ ਵੱਡੀ ਪੱਧਰ 'ਤੇ ਸਾਰੇ ਇਮੀਗ੍ਰਾਂਟ ਆਏ ਹੋਏ ਆ ਅਤੇ ਇੱਕ ਪਾਰਟੀਕੂਲਰ ਇਮੀਗ੍ਰਾਂਟਾਂ ਦੇ ਉੱਤੇ ਟਿੱਪਣੀ ਕਰਨਾ ਜਿਹੜਾ ਜਾਇਜ਼ ਨਹੀਂ ਹੈਗਾ। ਇਹ ਕਾਮਨ ਰੂਪ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਸੀ ਕਿ ਜੋ ਲੋਕ
ਜੋਬ ਨਾ ਮਿਲਣ ਕਰਕੇ ਬਹਾਨਾ ਲਾ ਕੇ ਵੈਲਫੇਅਰ 'ਤੇ ਬੈਠੇ ਹੋਏ ਆ, ਉਹਨਾਂ ਲੋਕਾਂ ਨੂੰ ਕੰਮ ਕਰਨਾ ਚਾਹੀਦਾ। ਇਹ ਗੱਲ ਕਹਿਣੀ ਕਿ ਉਹਨਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਇਹ ਵੀ ਜਾਇਜ਼ ਨਹੀਂ ਹੈਗੀ। ਸ਼ਾਇਦ ਇੱਥੋਂ ਤੱਕ ਗੱਲ ਸਹੀ ਸੀ ਕਿ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਆ ਅਤੇ ਸਰਕਾਰੀ ਸਹੂਲਤਾਂ 'ਤੇ ਬੈਠ ਕੇ ਦੂਜੇ ਟੈਕਸ ਪੇਅਰ ਉੱਪਰ ਬੋਝ ਨਹੀਂ ਬਣਨਾ ਚਾਹੀਦਾ। ਸੋ ਇਹਦੇ ਸੰਬੰਧ ਵਿੱਚ ਅੱਜ ਕਾਫੀ ਅੰਟਾਰੀਓ ਦੀ ਪੋਲੀਟਿਕਸ ਦੇ ਵਿੱਚ, ਰਾਜਨੀਤੀ ਵਿੱਚ ਭੁਚਾਲ ਆਇਆ। ਹਾਲੇ ਇਹ ਮਸਲਾ ਚੱਲ ਰਿਹਾ, ਲੇਕਿਨ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੋਣ ਵੱਲੋਂ ਅਜੇ ਤੱਕ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਗਿਆ। ਕੈਨੇਡਾ ਦੇ ਸਮਾਲ ਬਿਜ਼ਨਸਮੈਨ ਨੂੰ ਸਮਰਪਿਤ ਇੱਕ ਹਫ਼ਤਾ ਮਨਾਇਆ ਜਾ ਰਿਹਾ, ਉਹਦੇ ਸੰਬੰਧੀ ਇਹ ਖਬਰ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਵੱਲੋਂ ਬਕਾਇਦਾ ਇਸ ਸੰਬੰਧੀ ਆਪਣੇ ਵਿਚਾਰ ਦਿੱਤੇ ਗਏ ਆ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਕਹੀ ਆ ਕਿ ਜਿਹੜੇ ਸਮਾਲ ਬਿਜ਼ਨਸਮੈਨ ਨੇ ਉਹ ਕੈਨੇਡਾ ਦੀ ਇਕੋਨਮੀ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰ ਰਹੇ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਮਾਲ ਬਿਜ਼ਨਸਮੈਨ ਕੈਨੇਡਾ ਦੀ ਇਕੋਨਮੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹ ਬੜੀ ਇੱਕ ਅਹਿਮ ਰੋਲ ਅਦਾ ਕਰ ਰਹੇ ਹਨ। ਰੁਜ਼ਗਾਰ ਜਿਹੜਾ ਉਹਦੀ ਦਰ ਜਿਹੜੀ ਆ ਇਹ ਸਮਾਲ ਬਿਜ਼ਨਸ ਕਰਕੇ ਹੀ ਵਧੀ ਹੋਈ ਆ ਕਿ ਸਮਾਲ ਬਿਜ਼ਨਸ ਕਰਕੇ ਹੀ ਜਿਹੜੀਆਂ ਛੋਟੀਆਂ ਜੋਬਾਂ ਉਹ ਪੈਦਾ ਹੁੰਦੀਆਂ ਨੇ। ਉਹਨਾਂ ਨੇ ਇਸ ਮੌਕੇ ਪ੍ਰਤੀਬੱਧਤਾ ਜ਼ਾਹਰ ਕੀਤੀ ਕਿ ਅੰਟਾਰੀਓ ਕੈਨੇਡਾ ਦੀ ਨਵੀਂ ਸਰਕਾਰ ਗਠਿਤ ਹੋਣ ਤੋਂ ਬਾਅਦ ਸਮਾਲ ਬਿਜ਼ਨਸਮੈਨ ਲਈ ਉਹ ਹਰ ਤਰ੍ਹਾਂ ਦੀ ਜਿਹੜੀ ਉਹ ਪਲਾਨ ਹੈ ਜਿਹੜਾ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਲੈ ਕੇ ਆਉਣਗੇ। ਸੋ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣ ਵੱਲੋਂ ਬਕਾਇਦਾ ਇਸ ਮੌਕੇ ਗੱਲ ਕਹੀ ਗਈ ਹੈਗੀ ਆ। ਜ਼ਿਕਰਯੋਗ ਹੈ ਕਿ ਜਲਦੀ ਹੀ ਹੁਣ ਕੈਨੇਡਾ ਦੀ ਨਵੀਂ ਸਰਕਾਰ ਬਣ ਜਾ ਰਹੀ ਆ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਸਮਾਲ ਬਿਜ਼ਨਸਮੈਨ ਵਾਸਤੇ ਕਿਸ ਤਰ੍ਹਾਂ ਦੇ ਐਲਾਨ ਕਰਦੇ ਆ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਆ। ਪੰਜਾਬੀ ਡਾਇਸਪੋਰਾ ਨਾਲ ਜੁੜੀ ਹੋਈ ਖਬਰ ਆ। ਐਡਮਿੰਟਨ ਅਤੇ ਕੈਲਗਰੀ ਵਿੱਚ ਜੋ ਸਿਟੀ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਆਪਣੇ 2 ਪੰਜਾਬੀ ਮੇਅਰ ਚੁਣੇ ਗਏ ਆ, ਜਿਹਦੇ ਵਿੱਚ ਐਡਮਿੰਟਨ ਤੋਂ ਅਮਰਜੀਤ ਸਿੰਘ ਸੋਹੀ ਮੇਅਰ ਚੁਣੇ ਗਏ ਆ ਅਤੇ ਕੈਲਗਰੀ ਤੋਂ ਜੋਤੀ ਗੰਡੋਕ ਉਹ ਵੀ ਮੇਅਰ ਚੁਣੇ ਗਏ ਆ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਉਹਨਾਂ ਦੀ ਚੋਣ ਨੂੰ ਲੈ ਕੇ ਕਿ ਪਹਿਲੀ ਵਾਰ ਸਾਡੇ 2 ਭਾਈਚਾਰੇ ਦੇ ਜਿਹੜੇ ਮੇਅਰ ਚੁਣੇ ਗਏ ਆ। ਕੈਲਗਰੀ ਤੋਂ ਵਾਰਡ ਨੰਬਰ 5 ਤੋਂ ਰਾਜ ਧਾਲੀਵਾਲ ਕੌਂਸਲਰ ਚੁਣੇ ਗਏ ਆ। ਸੋ ਇਹ ਚੋਣ ਹੋਣ ਦੇ ਨਾਲ ਕਾਫੀ ਵੱਡੀ ਪੱਧਰ 'ਤੇ ਉੱਥੇ ਖੁਸ਼ੀ ਮਨਾਈ ਜਾ ਰਹੀ ਆ, ਜਸ਼ਨ ਮਨਾਏ ਜਾ ਰਹੇ ਆ। ਪ੍ਰਧਾਨ ਮੰਤਰੀ ਹੋਣਾ ਵੱਲੋਂ ਕੱਲ੍ਹ ਇੱਕ ਟਵੀਟ ਦੇ ਉੱਤੇ ਆਪਣੀ ਪਰਿਵਾਰਕ ਖੁਸ਼ੀ ਸਾਂਝੀ ਕਰਦਿਆਂ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਉਸ ਨੂੰ ਵਧਾਈ ਦਿੱਤੀ ਅਤੇ ਇਹ ਗੱਲ ਕਹੀ ਕਿ 14 ਸਾਲ 'ਤੇ ਹੋਣ 'ਤੇ ਬੇਟੇ ਦੇ ਉਹ ਬੜੇ ਖੁਸ਼ ਹਨ ਅਤੇ ਸ਼ੁਭ ਕਾਮਨਾਵਾਂ ਦਿੰਦੇ ਹਨ। ਉਹਨਾਂ ਨੇ ਬਕਾਇਦਾ ਟਵਿੱਟਰ ਦੇ ਉੱਪਰ ਫੋਟੋ ਸ਼ੇਅਰ ਕਰਕੇ ਆਪਣੇ ਬੇਟੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਅੰਟਾਰੀਓ ਦੇ ਹੈਲਥ ਮਿਨਿਸਟਰ ਕ੍ਰਿਸਟਾਈਨ ਈਲੀਟ ਵੱਲੋਂ ਅੱਜ ਇੱਕ ਬਕਾਇਦਾ ਬਿਆਨ ਜਾਰੀ ਕਰਕੇ ਇਹ ਗੱਲ ਕਹੀ ਗਈ ਕਿ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਕਰਨ ਵਾਸਤੇ ਉਹਨਾਂ ਦਾ ਪਲਾਨ ਫਾਈਨਲ ਦੌਰ ਵਿੱਚ ਹੈਗਾ ਆ। ਜਦੋਂ ਵੀ ਜਿਹੜੀ ਅਪਰੂਵਲ ਹੈ ਹੈਲਥ ਕੈਨੇਡਾ ਵੱਲੋਂ ਇਸ ਲਈ ਆਏਗੀ ਤਾਂ ਉਸ ਨੂੰ ਐਗਜ਼ੀਕਿਊਟ ਕਰਨ ਦੇ ਲਈ ਰੈਡੀ ਹੈਗੇ ਨੇ। ਜ਼ਿਕਰਯੋਗ ਹੈ ਕਿ ਹੁਣ ਵੱਖ-ਵੱਖ ਸਕੂਲਾਂ ਦੇ ਵਿੱਚ ਲਗਭਗ 100 ਦੇ ਕਰੀਬ ਸਕੂਲਾਂ ਦੇ ਵਿੱਚ ਅੰਟਾਰੀਓ ਦੇ ਬੱਚਿਆਂ ਦੇ ਜਿਹੜੇ ਕਰੋਨਾ ਕੇਸ ਆਏ ਆ। 1526 ਦੇ ਕਰੀਬ ਹੁਣ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦੇ ਕਰੋਨਾ ਦੇ ਕੇਸ ਪਾਏ ਜਾ ਰਹੇ ਆ, ਜਿਹੜੇ ਕਿ ਅੰਟਾਰੀਓ ਦੇ ਕੁੱਲ ਕੇਸਾਂ ਦੇ 3% ਬਣਦੇ ਆ, 3/3 ਬਣਦੇ ਆ। ਇਹਨਾਂ ਗੱਲਾਂ ਨੂੰ ਲੈ ਕੇ ਹੀ ਹੁਣ ਫਾਈਜ਼ਰ ਵੱਲੋਂ ਵੀ ਫੈਡਰਲ ਗੌਰਮੈਂਟ ਨੂੰ ਦੁਬਾਰਾ ਜਿਹੜੀ ਅਪੀਲ ਕੀਤੀ ਗਈ ਆ, ਰਿਕੁਐਸਟ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਭੇਜੇ ਗਏ ਨਮੂਨੇ ਜਿਹੜੇ ਕਿ 5 ਤੋਂ 11 ਸਾਲ ਦੇ ਬੱਚਿਆਂ ਲਈ ਬਕਾਇਦਾ ਤਿਆਰ ਕੀਤੇ ਗਏ ਸੀ ਵੈਕਸੀਨ ਦੇ, ਉਹਨਾਂ ਨੂੰ ਅਪਰੂਵਲ ਦਿੱਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਬੱਚਿਆਂ ਨੂੰ ਵੈਕਸੀਨੇਸ਼ਨ ਕੀਤਾ ਜਾ ਸਕੇ। ਜ਼ਿਕਰਯੋਗ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਹੀ ਇਸ ਸੰਬੰਧੀ ਰਜਿਸਟ੍ਰੇਸ਼ਨ ਜਾਰੀ ਹੋ ਚੁੱਕੀ ਆ ਕਿ ਜਦੋਂ ਵੀ ਵੈਕਸੀਨੇਸ਼ਨ ਜਿਹੜੀ ਅਪਰੂਵਲ ਮਿਲਦੀ ਹੈ ਇਸ ਨੂੰ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਵੈਕਸੀਨੇਟਡ ਕੀਤਾ ਜਾ ਸਕੇ। ਅੱਜ ਅੰਟਾਰੀਓ ਦੇ ਕੇਸਾਂ ਦੀ ਗੱਲ ਕਰਾਂਗੇ। ਜਿਹੜੇ ਕਰੋਨਾ ਦੇ ਕੇਸ ਆਏ ਆ 328 ਦੇ ਕਰੀਬ ਕੇਸ ਆਏ ਆ, ਡਰੋਪ ਹੋ ਰਿਹਾ। ਹੁਣ ਬੜੀ ਤਸੱਲੀ ਵਾਲੀ ਗੱਲ ਹੈ 4 ਮੌਤਾਂ ਹੋਈਆਂ ਨੇ। ਇਹ ਮੌਤਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਮਿਲਾ ਕੇ ਬਣਦੀਆਂ ਨੇ। 177 ਲੋਕ ਇਹਨਾਂ ਦੇ ਵਿੱਚ ਜਿਹੜੇ ਵੈਕਸੀਨੇਟਡ ਨਹੀਂ ਹੋਏ ਉਹ ਹੈਗੇ ਆ। ਹੁਣ ਅੱਜ ਦੀ ਡੇਟ ਦੇ ਵਿੱਚ 87% ਲੋਕ ਜਿਹੜੇ ਆ ਪਾਰਸ਼ੀਅਲ ਵੈਕਸੀਨੇਟਡ ਭਾਵ ਜਿਨ੍ਹਾਂ ਨੇ ਇੱਕ ਕਰੋਨਾ ਜਿਹੜੀ ਵੈਕਸੀਨੇਸ਼ਨ ਦੀ ਡੋਜ਼ ਲਈ ਆ, ਅਤੇ 83% ਲੋਕ ਜਿਹੜੇ ਆ ਉਹ ਫੁੱਲੀ ਤੌਰ 'ਤੇ ਵੈਕਸੀਨੇਟਡ ਹੋ ਚੁੱਕੇ ਆ। ਸੋ ਅੰਟਾਰੀਓ ਦਾ ਜਿਹੜਾ ਵੈਕਸੀਨੇਸ਼ਨ ਦਰ ਹੈਗੀ ਆ ਕਾਫੀ ਹੁਣ ਤਸੱਲੀ ਬਖਸ਼ਿਆ। ਪ੍ਰਧਾਨ ਮੰਤਰੀ ਇਸ ਤੋਂ ਅਗਲੀ ਖਬਰ ਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣੀ, ਆਪਾਂ ਨੂੰ ਯਾਦ ਹੈ ਕਿ ਮੂਲ ਨਿਵਾਸੀ ਭਾਈਚਾਰੇ ਦਾ ਜਦੋਂ ਦਿਨ ਮਨਾਇਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ
ਦੀ ਇਸ ਕਰਕੇ ਕਾफ़ੀ ਆਲੋਚਨਾ ਹੋਈ ਸੀ ਕਿ ਉਹ ਮੂਲ ਨਿਵਾਸੀ ਭਾਈਚਾਰੇ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਛੁੱਟੀ 'ਤੇ ਚਲੇ ਗਏ, ਪਰਿਵਾਰਕ ਛੁੱਟੀ 'ਤੇ ਚਲੇ ਗਏ। ਤੇ ਉਹਨਾਂ ਦੀ ਇਸ ਕਾਰਵਾਈ ਨੂੰ ਦਾ ਕਾफ़ੀ ਬੁਰਾ ਮਨਾਇਆ ਗਿਆ। ਵਿਰੋਧੀ ਪਾਰਟੀਆਂ ਵੱਲੋਂ ਵੀ ਉਹਨਾਂ ਦੀ ਨਿੰਦਾ ਕੀਤੀ ਗਈ। ਇਸ ਮੌਕੇ ਉਹਨਾਂ ਵੱਲੋਂ ਬਾਅਦ 'ਚ ਵਾਅਦਾ ਕੀਤਾ ਗਿਆ ਸੀ ਕਿ ਉਹ ਮੂਲ ਨਿਵਾਸੀ ਭਾਈਚਾਰੇ ਦੇ ਵਿੱਚ ਜਾ ਕੇ ਬਕਾਇਦਾ ਇਸ ਗੱਲ ਲਈ ਅਫਸੋਸ ਪ੍ਰਗਟ ਕਰਨਗੇ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੂਲ ਨਿਵਾਸੀ ਭਾਈਚਾਰੇ ਦੇ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਸ ਗੱਲ ਲਈ ਅੱਜ ਦੁਬਾਰਾ ਮਾਫੀ ਮੰਗੀ ਅਤੇ ਇਹ ਗੱਲ ਕਹੀ ਕਿ ਉਹ ਮੂਲ ਨਿਵਾਸੀ ਭਾਈਚਾਰੇ ਦੇ ਨਾਲ ਹਮੇਸ਼ਾ ਸੰਵੇਦਨਾ ਪ੍ਰਗਟ ਕਰਦੇ ਆ ਅਤੇ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਜਾਂ ਮੁੜ ਵਸੇਬੇ ਵਾਸਤੇ ਹਮੇਸ਼ਾ ਯਤਨ ਕਰਦੇ ਰਹਿਣਗੇ। ਔਸ਼ਵਾ ਤੋਂ ਇੱਕ ਬੜੀ ਸਨਸਨੀਖੇਜ਼ ਖਬਰ ਆ। ਔਸ਼ਵਾ ਤੋਂ ਇੱਕ ਵਿਅਕਤੀ ਸੀਗਾ ਜਿਸ ਵੱਲੋਂ ਆਪਣੀ ਇੱਕ ਸਾਬਕਾ ਗਰਲਫਰੈਂਡ ਅਤੇ ਉਸਦੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀਗਾ। ਉਸ ਦਾ ਕੇਸ ਅਦਾਲਤ ਵਿੱਚ ਹੁਣ ਚਾਰਜ ਉਸ ਖਿਲਾਫ ਲਗਾਏ ਗਏ ਆ। ਚਾਰਜਸ਼ੀਟ ਦੇ ਵਿੱਚ 33 ਸਾਲਾ ਵਿਅਕਤੀ ਕੋਰੀ ਫੈਨ, ਇਸ ਦੇ ਉੱਪਰ ਚਾਰਜ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਦੇ ਚਾਰਜਾਂ ਹੋਰ ਲਾਏ ਗਏ ਆ, ਜਿਹਦੇ ਵਿੱਚ ਇੱਕ 39 ਸਾਲਾ ਇਸ ਦੀ ਸਾਬਕਾ ਫਰੈਂਡ ਕਰਾਮੀਰਾ, 13 ਸਾਲਾ ਉਸ ਦੀ ਧੀ ਵਨੀਲੀਆ ਅਤੇ 15 ਸਾਲ ਦਾ ਪੁੱਤਰ ਰॉय, ਜਿਸ ਦਾ ਇਸ ਵਿਅਕਤੀ ਨੇ ਕਤਲ ਕਰ ਦਿੱਤਾ ਸੀਗਾ। ਫੈਮਿਲੀ ਦਾ, ਸਾਰੀ ਫੈਮਿਲੀ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਗਰਾਜ ਅਤੇ ਬੇਸਮੈਂਟ ਵਿੱਚ ਛੁਪਾ ਦਿੱਤੀਆਂ ਗਈਆਂ ਸੀਗੀਆਂ। ਬੜੀ ਬੇਰਹਿਮੀ ਨਾਲ ਇਸ ਵਿਅਕਤੀ ਵੱਲੋਂ ਕਤਲ ਕੀਤਾ ਗਿਆ। ਹੁਣ ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬੜੀਆਂ ਉਸਨੇ ਬੇਤੁਕੀਆਂ ਜਿਹੜੀਆਂ ਉੱਥੇ ਆਪਣੀਆਂ ਟਿੱਪਣੀਆਂ ਕੀਤੀਆਂ, ਬਿਆਨ ਦਿੱਤਾ ਕਿ ਉਹਦੇ ਵਿੱਚ ਹੁਣ ਰੱਬ ਵੱਸਦਾ ਆ, ਉਹ ਬੰਦਾ ਨਹੀਂ ਰਿਹਾ, ਉਹ ਇੱਕ ਐਨੀਮੇਟਡ ਆ, ਰੂਹ ਬਣ ਚੁੱਕਾ ਆ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਹੁਣ ਉਹ ਪ੍ਰਭੂ ਸੁਤ ਰਾਜਾ ਹੈਗਾ ਆ। ਉਹਦੀਆਂ ਬੇਤੁਕੀਆਂ ਗੱਲਾਂ ਦੇ ਕਰਕੇ ਜਾਂ ਹੁਣ ਉਹਨੂੰ ਕੋਈ ਰਿਆਇਤ ਨਾ ਦੇਣ ਦੀ ਜੱਜ ਨੇ ਗੱਲ ਕੀਤੀ ਆ ਅਤੇ ਉਸ ਦੇ ਖਿਲਾਫ ਸਖਤ ਜਿਹੜੇ ਆ ਚਾਰਜ ਲਾਏ ਗਏ ਆ। ਇਹ ਅੱਜ ਦੀ ਜਿਹੜੀ ਖਾਸ ਇੱਕ ਅਪਡੇਟ ਸੀਗੀ ਅੰਟਾਰੀਓ ਤੋਂ। ਅੰਟਾਰੀਓ ਤੇ ਖਬਰ ਹੈਗਾ, ਅੰਟਾਰੀਓ ਦੀ ਦੱਖਣੀ ਹਿੱਸੇ ਦੇ ਵਿੱਚ ਲੇਕਫੀਲਡ ਦੇ ਵਿੱਚ ਇੱਕ ਪਿਕਅਪ ਡਰਾਈਵਰ ਨਾਲ ਹਾਦਸਾ ਹੋਣ ਦੀ ਖਬਰ ਆ। ਨੀਂਦ ਆ ਜਾਣ ਕਾਰਨ ਉਕਤ ਵਿਅਕਤੀ ਦਾ ਜਿਹੜਾ ਪਿੱਕਾ ਸਿੱਧਾ ਲੇਕ ਵਿੱਚ ਜਾ ਡਿੱਗਾ ਅਤੇ ਪਾਣੀ ਵਿੱਚ ਡੁੱਬ ਗਿਆ, ਲੇਕਿਨ ਉਕਤ ਵਿਅਕਤੀ ਦੀ ਬਚਾਅ ਹੋ ਜਾਣ ਦੀ ਖਬਰ ਆ। ਅੰਟਾਰੀਓ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵਿੱਚ ਚਾਰਜ ਕਰ ਲਿਆ ਗਿਆ ਹੈਗਾ। ਜੇ ਅਸੀਂ ਤਸਵੀਰ ਦੇਖੀਏ ਤਾਂ ਉਕਤ ਵਿਅਕਤੀ ਦੀ ਜਿਹੜਾ ਪਿੱਕਾ ਹੈਗਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕਾ। ਬੜੀ ਕਿਸਮਤ ਨਾਲ ਉਸ ਦਾ ਬਚਾਅ ਹੋਇਆ। ਅਗਲੀ ਖਬਰ ਅੰਟਾਰੀਓ ਦੇ ਐਡਵਾਂਸ ਸਰਟੀਫਿਕੇਟ ਦਾ ਡਾਊਨਲੋਡ ਕਰਨ ਦੇ ਨਾਲ ਸੰਬੰਧਿਤ ਆ ਕਿ ਅੱਜ ਹੁਣ 18 ਅਕਤੂਬਰ ਤੋਂ ਬਾਅਦ ਸਾਰੇ ਜਿਹੜੇ ਅੰਟਾਰੀਅਨ ਹੈਗੇ ਆ, ਜਿੰਨੇ ਇੱਥੋਂ ਦੇ ਵਾਸੀ ਹੈਗੇ ਆ, ਉਹ ਇਸ ਗੱਲ ਲਈ ਐਲੀਜੀਬਲ ਆ ਕਿ ਉਹ ਐਡਵਾਂਸ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਆ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਦੇ ਲਈ ਬਕਾਇਦਾ ਇੱਕ ਜਨਮ ਤਰੀਕ ਦੇ ਹਿਸਾਬ ਨਾਲ ਵਰਗੀਕਰਨ ਕੀਤਾ ਗਿਆ ਸੀਗਾ, ਲੇਕਿਨ ਹੁਣ ਅੱਜ ਤੋਂ ਬਾਅਦ ਕੋਈ ਵੀ ਅੰਟਾਰੀਅਨ ਜਿਹੜਾ ਵਿਅਕਤੀ ਆ 12 ਸਾਲ ਤੋਂ ਉੱਪਰ ਜਿਸ ਨੇ ਵੈਕਸੀਨੇਸ਼ਨ ਲਈ ਆ, ਉਹ ਕੋਵਿਡ ਵੈਕਸੀਨ ਦੇ ਪੋਰਟਲ 'ਤੇ ਜਾ ਕੇ ਇਸ ਸਰਟੀਫਿਕੇਟ ਨੂੰ ਡਾਊਨਲੋਡ ਕਰ ਸਕਦਾ, ਬਾਰਕੋਡ ਨੂੰ ਡਾਊਨਲੋਡ ਕਰ ਸਕਦਾ, ਉਸ ਦਾ ਇੱਕ ਪ੍ਰਿੰਟ ਕਰਕੇ ਆਪਣੇ ਕੋਲ ਰੱਖ ਸਕਦਾ ਹੈ, ਜਾਂ ਫਿਰ ਆਪਣੇ ਫੋਨ ਵਿੱਚ ਵੀ ਇਸ ਇਨਫੋਰਮੇਸ਼ਨ ਨੂੰ ਸੇਵ ਕਰ ਸਕਦਾ ਹੈ। ਜਦੋਂ ਵੀ ਕਿਤੇ ਬਿਜ਼ਨਸ ਵਿੱਚ ਜਾਣ ਦੇ ਮੌਕੇ ਉਸ ਕਿਤੇ ਮੰਗ ਕੀਤੀ ਜਾਂਦੀ ਹੈ ਤਾਂ ਮੰਗ ਕੀਤੇ ਜਾਣ 'ਤੇ ਉਸ ਨੂੰ ਦਿਖਾਇਆ ਜਾਏਗਾ। ਬਾਰਕੋਡ ਸਕੈਨ ਹੋਣ ਦੀ ਸੂਰਤ ਵਿੱਚ ਜਿਹੜਾ ਸਿਸਟਮ ਐਪ ਜਿਹੜਾ ਦਿੱਤਾ ਗਿਆ ਹੈਗਾ ਬਿਜ਼ਨਸਮੈਨਾਂ ਨੂੰ, ਉਹਨਾਂ ਦੀ ਐਪ ਦੇ ਵਿੱਚ ਬਕਾਇਦਾ ਕਨਫਰਮੇਸ਼ਨ ਆਏਗੀ, ਤਾਂ ਹੀ ਉਹ ਬਕਾਇਦਾ ਸਟੋਰ ਵਿੱਚ ਜਾ ਕੇ ਆਪਣਾ ਕੋਈ ਵੀ ਸਮਾਨ ਖਰੀਦ ਸਕਦਾ ਆ। ਇਹ ਜ਼ਰੂਰੀ ਅਪਡੇਟ ਹੈਗੀ ਆ। ਸਾਰੇ ਲੋਕਾਂ ਨੂੰ ਇਹਦੇ ਸੰਬੰਧੀ ਹੁਣ ਵੈਕਸੀਨੇਸ਼ਨ ਲੈ ਲੈਣੀ ਚਾਹੀਦੀ ਆ। ਕੱਲ੍ਹ ਇੱਕ ਸੜਕ ਹਾਦਸੇ ਦੀ ਖਬਰ ਆ। ਹੈਮਿਲਟਨ ਵਿੱਚ ਐਵਰਡੀਨ ਐਵਨਿਊ ਦੇ ਉੱਤੇ ਸੜਕ ਹਾਦਸਾ ਹੋਇਆ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਜਿਹੜਾ ਪੈਦਲ ਹਾਈਵੇ 'ਤੇ ਜਾ ਰਿਹਾ ਸੀ, ਕਿਉਂਕਿ ਇੱਥੇ ਐਕਸਪੈਕਟ ਨਹੀਂ ਕੀਤਾ ਜਾਂਦਾ ਕਿ ਕੋਈ ਵਿਅਕਤੀ ਪੈਦਲ ਜਿਹੜਾ ਹਾਈਵੇ 'ਤੇ ਜਾਵੇ। ਪੈਦਲ ਹਾਈਵੇ 'ਤੇ ਜਾ ਰਿਹਾ ਸੀਗਾ, ਇੱਕ ਡੰਪ ਟਰੱਕ ਵੱਲੋਂ ਫੇਟ ਵੱਜਣ ਕਾਰਨ ਉਕਤ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਕਾਫੀ ਲੰਬਾ ਸਮਾਂ ਹਾਈਵੇ ਜਿਹੜਾ ਜਾਮ ਰਿਹਾ। ਇਸ ਘਟਨਾ ਦੇ ਕਾਰਨ ਜਿਹੜੀਆਂ ਈਸਟ ਬਾਉਂਡ ਦੀਆਂ ਲੇਨਾਂ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਵਰਲਡ ਤੋਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਵਰਲਡ ਤੋਂ ਰੂਸ ਤੋਂ ਖਬਰ ਆ, ਇੰਗਲੈਂਡ ਤੋਂ ਵੀ ਕਰੋਨਾ ਦੀ ਖਬਰ ਆ। ਰੂਸ ਤੋਂ ਖਬਰ ਇਹ ਹੈਗੀ 1000 ਬੰਦਾ 1015 ਬੰਦਾ ਜਿਹੜਾ ਕਰੋਨਾ ਦੇ ਕਾਰਨ ਉਸ ਦੀ ਮੌਤ ਹੋਈ ਆ। ਰੂਸ ਦੇ ਵਿੱਚ ਕਾਫੀ ਵੱਡੀ ਪੱਧਰ 'ਤੇ ਉੱਥੇ ਹੁਣ ਵੇਵ ਜਿਹੜੀ ਆ ਬੜੀ ਖਤਰਨਾਕ ਰੂਪ ਧਾਰਨ ਫਿਲਹਾਲ ਕੀਤਾ ਹੋਇਆ ਉਸਨੇ। ਕੁੱਲ ਮੌਤਾਂ ਹੁਣ ਤੱਕ ਰੂਸ ਵਿੱਚ 2,25,000 ਬੰਦਾ ਮਾਰਿਆ ਜਾ ਚੁੱਕਾ।
ਹਾਲੇ ਤੱਕ ਰੂਸ ਦੇ ਵਿੱਚ 30% ਦੀ ਆਬਾਦੀ ਜਿਹੜੀ ਆ ਵੈਕਸੀਨੇਟਡ ਹੋ ਸਕੀ ਆ। ਹਾਲੇ ਤੱਕ ਵੈਕਸੀਨੇਸ਼ਨ ਰੇਟ ਵੀ ਜਿਹੜਾ ਰੂਸ ਦੇ ਵਿੱਚ ਤਸੱਲੀ ਬਖਸ਼ ਨਹੀਂ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਬਾਅ ਪੈ ਰਿਹਾ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਉੱਪਰ ਕਿ ਇਹਦੇ ਸੰਬੰਧੀ ਉਹਨਾਂ ਨੂੰ ਵਿਸ਼ੇਸ਼ ਜਿਹੜੇ ਯਤਨ ਕਰਨ ਦੀ ਲੋੜ ਆ। ਇੰਗਲੈਂਡ ਤੋਂ ਵੀ ਇੱਦਾਂ ਦੀ ਖਬਰ ਹੈ। ਇੰਗਲੈਂਡ ਦੇ ਵਿੱਚ ਕਰੋਨਾ ਕੇਸਾਂ ਦੇ ਵਧਣ ਕਾਰਨ ਬੀਤੇ ਸੋਮਵਾਰ 49,156 ਕੇਸ ਦੁਬਾਰਾ ਆਏ ਆ ਇੰਗਲੈਂਡ ਦੇ ਵਿੱਚ, ਜਿਸ ਤੋਂ ਬਾਅਦ ਉੱਥੋਂ ਦੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਪਲਾਨ B ਨੂੰ ਲਾਗੂ ਕਰਨ ਦੀ ਮੰਗ ਕਰ ਰਹੀਆਂ ਤਾਂ ਜੋ ਹੁਣ ਬੂਸਟਰ ਡੋਜ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇੰਗਲੈਂਡ ਵੱਲੋਂ ਹੁਣ ਆਪਣੇ ਰੈਜ਼ੀਡੈਂਟ ਨੂੰ ਬੂਸਟਰ ਡੋਜ਼ ਦਿੱਤੀ ਜਾ ਰਹੀ ਆ ਤੇ ਵੱਧ ਤੋਂ ਵੱਧ ਬੂਸਟਰ ਡੋਜ਼ ਦੇਣ ਦੇ ਲਈ ਹੁਣ ਪਲਾਨ B ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। 15% ਦੀ ਜਿਹੜੀ ਇਨਫੈਕਸ਼ਨ ਰੇਟ ਵੀ ਅੱਗੇ ਨੂੰ ਇੰਗਲੈਂਡ ਦੇ ਵਿੱਚ ਵਧਿਆ ਆ। ਅੱਧੀ ਤੋਂ ਵੱਧ ਆਬਾਦੀ ਹਾਲੇ ਬੂਸਟਰ ਡੋਜ਼ ਤੋਂ ਸਖਣੀ ਆ। 12 ਤੋਂ 15 ਸਾਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਵੈਕਸੀਨੇਸ਼ਨ ਕਰਨ ਦੇ ਲਈ ਜਿਹੜੀ ਪ੍ਰੋਸੈਸ ਸ਼ੁਰੂ ਕੀਤਾ ਗਿਆ ਇੰਗਲੈਂਡ ਵੱਲੋਂ ਉਹ ਵੀ ਕਾਫੀ ਦੇਰੀ ਨਾਲ ਸ਼ੁਰੂ ਕੀਤਾ ਗਿਆ। ਸਾਰੇ ਯੂਰਪ ਦੇ ਵਿੱਚ ਹੀ ਇਹ ਪ੍ਰੋਸੈਸ ਕਾਫੀ ਦੇਰੀ ਨਾਲ ਸ਼ੁਰੂ ਕੀਤਾ ਗਿਆ। ਹੈਤੀ ਤੋਂ ਇੱਕ ਬੜੀ ਖਬਰ ਆ ਇੰਟਰਸਟਿੰਗ। ਹੈਤੀ ਦੇ ਵਿੱਚ ਕੁਝ ਅਗਵਾਕਾਰ ਗਰੁੱਪ ਜਿਹੜੇ ਉੱਥੇ ਕੰਮ ਕਰਦੇ ਆ ਫਰੌਤੀ ਵਾਸਤੇ, ਉਹਨਾਂ ਵੱਲੋਂ 17 ਮਿਸ਼ਨਰੀ ਅਗਵਾ ਕਰ ਲਏ ਗਏ ਆ। ਦੱਸਿਆ ਜਾਂਦਾ ਹੈ ਕਿ ਇਹ ਮਿਸ਼ਨਰੀ 16 ਇਹਨਾਂ ਵਿੱਚੋਂ ਅਮਰੀਕਾ ਦੇ ਅਤੇ 1 ਕੈਨੇਡਾ ਦਾ ਹੈਗਾ। ਇਹਨਾਂ ਦੀ ਰਿਹਾਈ ਬਦਲੇ ਉਕਤ ਜਿਹੜੇ ਅਗਵਾਕਾਰ ਹੈਗੇ ਉਹਨਾਂ ਨੇ $17 ਮਿਲੀਅਨ ਦੀ ਮੰਗ ਕੀਤੀ ਆ। ਇਹ ਸਾਰੇ ਜਿਹੜੇ ਮਿਸ਼ਨਰੀ ਵਿਅਕਤੀ ਆ ਇੱਕ ਚੈਰੀਟੇਬਲ ਦੇ ਨਾਲ ਸੰਬੰਧਿਤ ਸੀਗੇ। ਜਿਹੜੀ ਚੈਰੀਟੇਬਲ ਜਿਹੜੀ ਹੈ ਉਹਦੇ ਵਿੱਚ 7 ਔਰਤਾਂ 5 ਮਰਦ 5 ਬੱਚੇ ਆ। ਮੌਜੂ ਨਾਂ ਦਾ ਗੈਂਗ ਹੈਗਾ ਜਿਸ ਨੇ ਇਹਨਾਂ ਨੂੰ ਅਗਵਾ ਕੀਤਾ ਆ। ਹਾਲੇ ਤੱਕ ਕੈਨੇਡਾ ਅਤੇ ਅਮਰੀਕਾ ਦਾ ਕੋਈ ਪ੍ਰਤੀਕਰਮ ਇਹਦੇ ਸੰਬੰਧ ਵਿੱਚ ਨਹੀਂ ਆਇਆ। ਚੀਨ ਤੋਂ ਇੱਕ ਖਬਰ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਅਸੀਂ ਫੇਸਬੁੱਕ ਪੇਜ ਦੇ ਉੱਤੇ ਕਿ ਚੀਨ ਨੇ ਹਾਈਪਰਸੋਨਿਕ ਮਿਜ਼ਾਈਲ ਜਿਹੜੀ ਕਿ ਬੜੀ ਅੱਜ ਦੀ ਜ਼ਮਾਨੇ ਦੇ ਵਿੱਚ ਬੜੀ ਇੱਕ ਘਾਤਕ ਮਿਜ਼ਾਈਲ ਸਮਝੀ ਜਾਂਦੀ ਆ, ਉਸ ਦਾ ਪੁਲਾੜ ਦੇ ਵਿੱਚ ਜਿਹੜਾ ਟੈਸਟ ਕੀਤਾ ਆ, ਬਕਾਇਦਾ ਉਸ ਨੂੰ ਲਾਂਚ ਕੀਤਾ ਆ। ਇਹ ਜਿਹੜੀ ਹਾਈਪਰਸੋਨਿਕ ਮਿਜ਼ਾਈਲ ਹੈਗੀ ਆ ਕਈ ਟਨ ਪਰਮਾਣੂ ਹਥਿਆਰ ਲੈ ਕੇ ਆਪਣੇ ਸਮੱਗਰੀ ਲੈ ਕੇ ਉੱਡ ਸਕਦੀ ਆ ਇੰਨੀ ਤੇਜ਼ੀ ਨਾਲ ਕਿ ਹਵਾ ਦੀ ਗਤੀ ਨਾਲੋਂ ਵੀ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਦੀ ਜ਼ਿਆਦਾ ਇਸ ਦੀ ਸਪੀਡ ਆ। 1200 ਕਿਲੋਮੀਟਰ ਪਰ ਆਵਰ ਦੇ ਨਾਲ ਇਹ ਉੱਡ ਸਕਦੀ ਆ। ਇਸ ਨੂੰ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਕਿ ਇਸ ਦੀ ਮਾਰ ਤੋਂ ਬਚਣਾ ਬਹੁਤ ਔਖਾ। ਭਾਵ ਜਿਹੜੇ ਡਿਟੈਕਟਿਵ ਸਿਸਟਮ ਜਿਹੜੇ ਮਿਜ਼ਾਈਲ ਨੂੰ ਡਿਟੈਕਟ ਕਰਨ ਵਾਸਤੇ ਲੱਗੇ ਹੁੰਦੇ ਆ ਉਸ ਤੋਂ ਉਹਨਾਂ ਵਾਸਤੇ ਵੀ ਇਸ ਨੂੰ ਡਿਟੈਕਟ ਕਰਨਾ ਬਹੁਤ ਔਖਾ ਆ। ਆਪਣੀ ਇਸ ਲਾਂਚ ਕਰਨ ਦੇ ਨਾਲ ਮਿਜ਼ਾਈਲ ਨੂੰ ਲਾਂਚ ਕਰਨ ਦੇ ਨਾਲ ਚੀਨ ਹੁਣ ਰੂਸ ਅਮਰੀਕਾ ਨੂੰ ਵੀ ਇਸ ਮਾਮਲੇ ਵਿੱਚ ਪਿੱਛੇ ਛੱਡ ਗਿਆ। ਜਿਹੜੀ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਚੀਨ ਦੀ ਇਸ ਕਾਰਵਾਈ ਤੋਂ ਹੈਰਾਨ ਪਰੇਸ਼ਾਨ ਨੇ। ਯਮਨ ਤੋਂ ਖਬਰ ਹੈ। ਯਮਨ ਤੋਂ ਇੱਕ ਰਿਪੋਰਟ ਯੂਨਾਈਟਿਡ ਨੇਸ਼ਨ ਚਿਲਡਰਨ ਏਜੰਸੀ ਨੇ ਜਾਰੀ ਕੀਤੀ ਹੈ ਕਿ ਜਦੋਂ ਤੋਂ ਉੱਥੇ 2015 ਤੋਂ ਸਾਊਦੀ ਅਰਬੀਆ ਦੀਆਂ ਫੌਜਾਂ ਨੇ ਇੰਟਰਵੇਨ ਕੀਤਾ ਆ ਅਤੇ ਈਰਾਨ ਦੀ ਸ਼ਹਿ ਪ੍ਰਾਪਤ ਇੱਕ ਹੌਦੀ ਗਰੁੱਪ ਦੇ ਨਾਲ ਟਕਰਾਅ ਚੱਲ ਰਿਹਾ। ਇਸ ਹਿੰਸਾ ਦੇ ਵਿੱਚ ਹੁਣ ਤੱਕ 10,000 ਦੇ ਕਰੀਬ ਬੱਚੇ ਮਾਰੇ ਜਾ ਚੁੱਕੇ ਆ। ਭਾਵ ਜਿੱਥੇ ਵੀ ਕਿਤੇ ਹਿੰਸਾ ਹੁੰਦੀ ਆ ਉੱਥੋਂ ਦੇ ਜਿਹੜੇ ਇਨੋਸੈਂਟ ਪਰਸਨ ਆ ਉਹ ਬਹੁਤ ਸ਼ਿਕਾਰ ਬਣਦੇ ਆ। 10,000 ਬੱਚੇ ਦਾ ਮਾਰਿਆ ਜਾਣਾ ਆਪਣੇ ਆਪ ਦੇ ਵਿੱਚ ਬੜਾ ਇੱਕ ਦੁਖਦਾਈ ਗੱਲ ਆ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇਜ਼ਰਾਈਲ ਨੇ ਜਿਹੜਾ ਫਲਸਤੀਨ 'ਤੇ ਹਮਲੇ ਕੀਤੇ ਸੀ, ਇਹ ਗੱਲ ਕਹਿ ਕੇ ਕਿ ਉਹ ਹਮਾਸ 'ਤੇ ਹਮਲੇ ਕਰ ਰਿਹਾ, ਜਿਹੜਾ ਅੱਤਵਾਦੀ ਗੁੱਟ ਜਿਹਨੂੰ ਮੰਨਦਾ ਉਹ। ਲੇਕਿਨ ਹਮਾਸ ਦੇ ਟਿਕਾਣੇ ਪਰੇ ਵੈਸਟ ਬੈਂਕ ਦੇ ਵਿੱਚ ਪਹਾੜਾਂ ਦੇ ਕੰਕਰੀਲੇ ਪਹਾੜਾਂ ਦੇ ਥੱਲੇ ਬਣਾਏ ਹੋਏ ਆ, ਉਹਨਾਂ ਨੂੰ ਬੰਬਾਰੀ ਦਾ ਬਹੁਤ ਘੱਟ ਅਸਰ ਹੁੰਦਾ। ਇਜ਼ਰਾਈਲ ਵੱਲੋਂ ਜ਼ਿਆਦਾਤਰ ਬੰਬਾਰੀ ਜਿਹੜੀ ਉੱਥੋਂ ਦੇ ਰੈਜ਼ੀਡੈਂਟ ਏਰੀਆ 'ਤੇ ਕੀਤੀ ਗਈ, ਜਿਹਦੇ ਵਿੱਚ ਹਜ਼ਾਰਾਂ ਬੱਚੇ ਔਰਤਾਂ ਮਾਰੀਆਂ ਗਈਆਂ। ਅਤੇ ਮਨੁੱਖੀ ਅਧਿਕਾਰ ਦੇ ਲੰਬੜਦਾਰ ਅਮਰੀਕਾ ਵੱਲੋਂ ਇਹ ਗੱਲ ਕਹਿ ਕੇ ਪੱਲਾ ਝਾੜਿਆ ਗਿਆ ਕਿ ਹਰੇਕ ਦੇਸ਼ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੈਗਾ। ਅਫਗਾਨਿਸਤਾਨ ਤੋਂ ਖਬਰ ਆ। ਅਫਗਾਨਿਸਤਾਨ ਇਸ ਵਕਤ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ। ਜਦੋਂ ਤੋਂ ਉੱਥੇ ਪੱਛਮੀ ਮੁਲਕ ਬਾਹਰ ਆਏ ਆ, ਕੁਛ ਇੱਕ ਦੇਸ਼ਾਂ ਨੇ ਜਿਹੜੀ ਤਾਲਿਬਾਨ ਜਿਹੜੀ ਅਫਗਾਨਿਸਤਾਨ ਦੀ ਮਦਦ ਕਰਨ ਦੀ ਵੀ ਗੱਲ ਕੀਤੀ ਆ। 700 ਮਿਲੀਅਨ ਯੂਰੋ ਮਦਦ ਦੇਣ ਦੀ ਗੱਲ ਨਾਟੋ ਦੇਸ਼ਾਂ ਵੱਲੋਂ ਕੀਤੀ ਗਈ ਸੀ। ਲੇਕਿਨ ਹਾਲੇ ਵੀ ਉੱਥੇ ਹਾਲਾਤ ਜਿਹੜੇ ਆਰਥਿਕ ਤੌਰ 'ਤੇ ਬਹੁਤ ਮਾੜੇ ਹੈਗੇ ਆ। UN ਵੱਲੋਂ ਵਾਰ-ਵਾਰ ਇਸ ਗੱਲ ਦੀ ਜਿਹੜੀ ਆ ਵਾਰਨਿੰਗ ਦਿੱਤੀ ਜਾ ਰਹੀ ਆ ਕਿ ਉੱਥੇ ਭੁੱਖਮਰੀ ਫੈਲ ਸਕਦੀ ਆ। ਬੜੀ ਵੱਡੀ ਪੱਧਰ 'ਤੇ ਭੁੱਖਮਰੀ ਦੇ ਨਾਲ ਬੱਚੇ ਜਾਂ ਹੋਰ ਲੋੜਵੰਦ ਲੋਕ ਜਿਹੜੇ ਆ ਉਹ ਮਰ ਸਕਦੇ ਆ। ਹੁਣ ਤਾਲਿਬਾਨ ਵੱਲੋਂ ਜਿਹੜੇ ਉੱਥੋਂ ਦੇ ਆਰਥਿਕ ਮਾਹਰ ਸੀਗੇ, ਪਹਿਲਾਂ ਜਿਹੜੇ ਸਰਕਾਰਾਂ 'ਚ ਕੰਮ ਕਰਦੇ ਸੀ, ਜਿਨ੍ਹਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ,
ਉਹਨਾਂ ਅਧਿਕਾਰੀਆਂ ਨੂੰ, ਵੱਡੇ ਅਧਿਕਾਰੀਆਂ ਨੂੰ ਮੁੜ ਇਹ ਬੇਨਤੀ ਕੀਤੀ ਗਈ ਹੈ ਕਿ ਆਪਣੀਆਂ ਸੀਟਾਂ 'ਤੇ ਮੁੜ ਕੰਮ ਕਰਨ, ਆਪਣੇ ਅਹੁਦਿਆਂ 'ਤੇ, ਤਾਂ ਜੋ, ਕਿਉਂਕਿ ਉਹਨਾਂ ਨੇ ਸਿੱਧੇ ਤੌਰ 'ਤੇ ਇਹ ਗੱਲ ਐਕਸੈਪਟ ਕੀਤੀ ਗਈ ਹੈ ਕਿ ਜਿਹੜੇ ਆਰਥਿਕ ਡਿਮੈਂਸ਼ਨ ਹੈਗੀ ਆ ਉਹਨਾਂ ਦੀ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ। ਇਸ ਕਰਕੇ ਜਿਹੜੇ ਆਰਥਿਕ ਮਾਹਰ ਆ ਜਿਹੜਾ ਅਫਗਾਨਿਸਤਾਨ ਦੇ ਵਿਕਾਸ ਲਈ ਕੰਮ ਕਰਨ, ਤਾਂ ਜੋ ਅਫਗਾਨਿਸਤਾਨ ਦੀ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ। ਤਾਇਵਾਨ ਤੋਂ ਖਬਰ ਆ, ਤਾਇਵਾਨ ਦੇ ਵਿੱਚ ਭੂਚਾਲ ਆਉਣ ਦੀਆਂ ਖਬਰਾਂ ਆ। ਜਿਗਰ ਜਗ੍ਹਾ ਕਿ ਉੱਥੇ ਜਦੋਂ ਵੀ ਭੂਚਾਲ ਆਉਂਦਾ ਆ ਬਹੁਤ ਭਿਆਨਕ ਭੂਚਾਲ ਆਉਂਦਾ, ਲੇਕਿਨ ਇਸ ਵਾਰ ਥੋੜ੍ਹਾ ਅਜੇ ਬਚਾਅ ਆਉਣ ਦੀਆਂ ਖਬਰਾਂ ਆ। ਚੰਗੀ ਖਬਰ ਆ। 2016 ਤੇ 1999 ਦੇ ਵਿੱਚ 2000 ਬੰਦਾ ਤਾਇਵਾਨ ਦੇ ਵਿੱਚ ਭੂਚਾਲ ਦੇ ਨਾਲ ਮਾਰੇ ਜਾਣ ਦੀ ਖਬਰ ਸੀਗੀ। ਇਹ ਅੱਜ ਦੀਆਂ ਖਬਰਾਂ ਸੀਗੀਆਂ ਵਰਲਡ ਭਰ ਤੋਂ, ਕੈਨੇਡਾ ਤੋਂ। ਜੇ ਤੁਹਾਨੂੰ ਸਾਡੀਆਂ ਖਬਰਾਂ ਚੰਗੀਆਂ ਲੱਗਦੀਆਂ ਹੋਣ, ਸਾਡੇ ਵਿਚਾਰ ਚੰਗੇ ਲੱਗਦੇ ਹੋਣ, ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਪਹੁੰਚਾਉਣੇ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।